ਸ੍ਰੀ ਵਾਹਿਗੁਰੂ ਜੀ। ਕਨ ਹਰ ਬੂੰਦ ਬਸੋਰ ਮਾਵਲ ਕੁਸੁਮ ਬਸੰਤ ਗਨੰਤ ਨ ਆਵੇ। किरण उदर सागर को गंग तिरंग अंत को पावे। रुद्र ध्यान ज्ञान सतगुर के कब जन पल उन्हें जो गावे। पल्ले अमरदास गुण तेरे तेरी उपमा दोहे ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਸਾਇਆ ਗੋਇੰਦਵਾਲ ਗੁਰਾਂ ਵਸਾਇਆ ਜੀ ਨਾਨਕ ਦਾ ਰੂਪ ਆਪ ਬਣੇ ਕੁਲਵੰਤ ਸਿੰਘਾ ਨਾਨਕ ਦਾ ਰੂਪ ਅਮਰਦਾਸ ਨੂੰ ਆਖਿਆ ਸਤਿਗੁਰਾਂ ਨੇ ਸਫਲ ਹੋਈ ਹੈ ਤੁਸਾਂ ਦੀ ਘਾਲ ਪੁਰਖਾ ਥਾਂ ਬਣੂ ਨਿਥਾਵਿਆਂ ਬੰਦਿਆਂ ਦੀ ਤੇ ਮਾਣ ਤਾਣ ਦੀ ਬਣੇ ਮਿਸਾਲ ਪੁਰਖਾ ਸਾਰੇ ਜੱਗ ਵਿੱਚ ਸਾਰੇ ਜੱਗ ਵਿੱਚ ਚਮਕੇਗਾ ਚੰਦ ਬਣ ਕੇ ਸਾਰੇ ਜੱਗ ਵਿੱਚ ਚਮਕੇਗਾ उपमा महान तेरी तोहे बाण आई है जावा बलिहारे प्यारे जावा बलिहारे प्यारे जावा बलिहारे प्यारे। सिख पंथ दे मरहूम ढाडी श्रोमणी ढाडी ਗਿਆਨੀ ਕੁਲਵੰਤ ਸਿੰਘ ਜੀ BA ਸਾਹਿਬ ਦੀਆਂ ਲਿਖੀਆਂ ਹੋਈਆਂ ਚੰਦ ਸਤਰਾਂ ਢਾਡੀ ਸਿੰਘਾਂ ਨੇ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਵਿਚਾਰ ਪ੍ਰਾਰੰਭ ਕਰ ਸਕੀਏ ਤੁਹਾਡੇ ਪਾਸੋਂ ਅਸੀਸ ਚਾਹੁੰਦੇ ਹਾਂ। ਪਿਆਰ ਚਾਹੋ ਤੇ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਪੁਰਬ ਜਿਹੜਾ ਹੈ ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਉਹਨੂੰ ਗੁਰੂ ਚਰਨਾਂ 'ਚ ਬੈਠ ਕੇ ਸ਼ਰਧਾ ਸੁਮਨ ਅਰਪਿਤ ਕਰਨ ਦਾ ਯਤਨ ਕਰ ਰਹੇ। ਮੈਂ ਹਜ਼ੂਰ ਦੇ ਜੀਵਨ ਵਿੱਚ ਕੋਈ ਛੋਟਾ ਜਿਹਾ ਚੋਜ ਤੁਹਾਡੇ ਨਾਲ ਸੀਮਤ ਸਮੇਂ 'ਚ ਰਹਿ ਕੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰਾ ਮਜ਼ਮੂਨ ਵੈਸੇ ਮੇਰਾ ਹੈ। ਮੈਂ ਸਮੇਂ 'ਚ ਰਹਿ ਕੇ ਇਹਨੂੰ ਪ੍ਰਾਰੰਭ ਵੀ ਕਰਾਂਗਾ ਤੇ ਸਮਾਪਤੀ ਤੱਕ ਵੀ ਸਿਰਫ ਲੈਕਚਰ ਵਿੱਚ ਹੀ ਲੈ ਜਾਵਾਂਗਾ। ਮਾਨਾਂ ਦੀਆਂ ਬਿਰਤੀਆਂ ਲੈ ਚੱਲੀਏ। ਲਾਹੌਰ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਘਰ ਹੈ ਮਹੱਲਨੁਮਾ, ਇਹਦਾ ਬਾਹਰਲਾ ਗੇਟ ਖੜਕ ਉੱਠਿਆ।
ਮਹੱਲ ਵਿੱਚ ਆਪਣੇ ਆਰਾਮਗਾਹ 'ਚ ਪਿਆ ਹੈ ਸ਼ਾਹੂਕਾਰ ਤੜਫ ਉੱਠਿਆ, ਕਿਹੜਾ ਹੋ ਜਿਹੜਾ ਆਣ ਕੇ ਮੈਨੂੰ ਇਸ ਟਾਈਮ ਬੇਆਰਾਮ ਕਰ ਰਿਹਾ ਹੈ। ਉਹਨੇ ਆਪਣੇ ਨੌਕਰ ਨੂੰ ਹੁਕਮ ਕੀਤਾ, ਕਹਿੰਦਾ ਵੇਖ ਕੇ ਆ ਬਾਹਰ ਕੌਣ ਹੈ। ਉਹ ਜਦੋਂ ਗੇਟ ਉਹਨੇ ਖੋਲ੍ਹਿਆ ਥੋੜਾ ਜਿਹਾ ਤੇ ਕੀ ਵੇਖਦਾ, 200-250 ਦੇ ਕਰੀਬ ਸਰੀਰ ਉਹਦੇ ਘਰ ਦੇ ਬਾਹਰ ਖਲੋਤਾ ਹੋਇਆ। ਨੌਕਰ ਨੇ ਹੈਰਾਨ ਹੋ ਕੇ ਆਖਿਆ, ਤੁਸੀਂ ਕੌਣ ਜੇ? ਕਹਿਣ ਲੱਗੇ, ਜੀ ਸੰਗਤ ਰੂਪ ਹਾਂ, ਗੋਇੰਦਵਾਲ ਸਾਹਿਬ ਚੱਲੇ ਹਾਂ, ਹਨੇਰਾ ਹੋ ਗਿਆ। ਕਿਸੇ ਧਰਮਸ਼ਾਲਾ, ਕਿਸੇ ਸ਼ਿਵ ਦਵਾਲਿਆ, ਕਿਸੇ ਜਗ੍ਹਾ ਉੱਤੇ ਸਾਨੂੰ ਕੋਈ ਸਰਾਂ ਵਿੱਚ ਜਗ੍ਹਾ ਨਹੀਂ ਮਿਲੀ। ਸਾਨੂੰ ਕਿਸੇ ਨੇ ਦੱਸਿਆ ਕਿ ਇੱਥੇ ਇੱਕ ਸੇਠ ਰਹਿੰਦਾ, ਉਹਦਾ ਘਰ ਬੜਾ ਵੱਡਾ ਹੈ ਤੇ ਤੁਸੀਂ ਉੱਥੇ ਚਲੇ ਜਾਓ। ਤੁਸੀਂ ਭਾਵੇਂ ਇੰਨੀ ਸੰਗਤ ਵੀ ਹੋਰ ਚਲ ਗਈ ਤੇ ਤੁਹਾਨੂੰ ਉੱਥੇ ਆਰਾਮ ਕਰਨ ਵਾਸਤੇ ਜਗ੍ਹਾ ਮਿਲ ਜਾਵੇਗੀ। ਅਸੀਂ ਰਾਤ ਕੱਟਣੀ ਹੈ, ਸਵੇਰੇ ਆਪਾਂ ਚਲੇ ਜਾਣਾ। ਸਾਨੂੰ ਰਹਿਣ ਵਾਸਤੇ ਨਾਲ ਬੱਚੇ ਨੇ, ਇਸਤਰੀਆਂ ਨੇ, ਬਜ਼ੁਰਗ ਨੇ। ਠੰਡ ਦਾ ਮੌਸਮ, ਅਸੀਂ ਬਾਹਰ ਨਹੀਂ ਕੱਟ ਸਕਦੇ, ਖੁੱਲ੍ਹੇ ਆਕਾਸ਼ ਦੇ ਥੱਲੇ ਸਮਾਂ ਨਹੀਂ ਗੁਜ਼ਾਰ ਸਕਦੇ। ਨੌਕਰ ਨੇ ਆਖਿਆ, ਮੈਂ ਪੁੱਛ ਕੇ ਆਉਣਾ। ਇੰਨੇ 'ਚ ਇਹਨੂੰ ਸ਼ਾਹੂਕਾਰ ਨੇ ਪਹਿਰਾਨ ਪਹਿਨਿਆ ਹੋਇਆ, ਰਾਤ ਨੂੰ ਪਹਿਨਣ ਵਾਲਾ ਪਹਿਰਾਵਾ, ਜਿਹੜਾ ਪਹਿਰਾਨ ਆਖਿਆ ਜਾਂਦਾ ਉਸਨੂੰ। ਕਹਿੰਦਾ ਕੌਣ ਨੇ? ਨੌਕਰ ਨੇ ਗੱਲ ਦੱਸ ਦਿੱਤੀ, ਮੈਂ ਥੋੜਾ ਸ਼ਾਰਟਕਟ ਕਰ ਦੇਵਾਂ। ਕਹਿੰਦਾ ਮੈਂ ਜਾਣਾ ਕਿੱਥੇ ਹੈ? ਕਹਿੰਦਾ ਜੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲੇ। ਜਦ ਸੁਣਿਆ ਗੁਰੂ ਅਮਰਦਾਸ ਮਹਾਰਾਜ ਦਾ ਨਾਂ, ਸ਼ਾਹ ਦੇ ਕੱਪੜਿਆਂ ਤੋਂ ਲਾਂਭੇ ਹੋ ਕੇ ਬੈਠ ਗਏ। ਇਨਸਾਨ ਇੱਕ ਕਿੱਤਾ ਕਰਦਾ ਹੋਵੇ ਨਾ, ਉਹਦੇ 'ਚ ਪਿਆਰ ਵੀ ਬਣ ਜਾਂਦਾ ਤੇ ਈਰਖਾ ਵੀ ਬਣ ਜਾਂਦੀ। ਇਹ ਸ਼ਾਹੂਕਾਰ ਬਿਜ਼ਨਸਮੈਨ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਇਹ ਵੀ ਪ੍ਰਾਤਨ ਸਮੇਂ 'ਚ ਪਹਿਲਾਂ ਹਿਸਟਰੀ ਪੜ੍ਹੀ ਤੇ ਸ਼ਾਹੂਕਾਰਾ ਕਰਿਆ ਕਰਦੇ ਸੀ। ਕਹਿੰਦਾ ਉਹ ਅੱਜ ਗੁਰੂ ਬਣ ਕੇ ਬੈਠ ਗਿਆ, ਸਾਡੇ ਨਾਲ ਹੀ ਸ਼ਾਹੂਕਾਰਾ ਕਰਦਾ ਸੀ, ਲੋਕ ਮੱਥੇ ਟੇਕਦੇ ਨੇ। ਗੁਰੂ ਬਣ ਕੇ ਬੈਠ ਗਿਆ, ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਕੁੜਮਾ ਦਾ ਘਰ ਜਾ ਕੇ ਉਹਨੇ ਮੰਨ ਲਿਆ। ਕਹਿੰਦਾ ਮੈਂ ਰਹਿਣ ਵਾਸਤੇ ਜਗ੍ਹਾ ਦੇ ਦੇਣਾ, ਪਰ ਬਸ਼ਰਤੇ ਕਿ ਤੁਸੀਂ ਉਹ ਠੱਗ ਕੋਲ ਨਹੀਂ ਜਾਓਗੇ। ਇਨਸਾਨ ਦੇ ਜੋ ਹਿਰਦੇ ਵਿੱਚ ਹੈ ਨਾ, ਉਹਦੇ ਰਸਨਾ ਬੋਲਦੀ ਹੈ, ਉੱਦਾਂ ਹੀ ਬੋਲਦਾ ਇਨਸਾਨ। ਤੁਸੀਂ ਉੱਥੇ ਨਹੀਂ ਜਾਓਗੇ। ਮੈਂ ਜਾਣਦਾ ਉਹਨੂੰ ਕੀ ਸੀ। ਸਾਡੇ ਨਾਲ ਹੀ ਸ਼ਾਹੂਕਾਰਾ ਕਰਿਆ ਕਰਦਾ ਸੀ। ਕੁੜਮਾ ਦੇ ਘਰ ਜਾ ਕੇ ਪਤਾ ਨਹੀਂ ਕੀ ਜਾਦੂ ਮੰਤਰ ਕੀਤਾ, ਕੁੜਮਾ ਦਾ ਘਰ ਹੀ ਮੱਲ ਕੇ ਬੈਠ ਗਏ। ਤੁਸੀਂ ਨਹੀਂ ਭੋਲੇ ਭਾਲੇ ਲੋਕ ਸਮਝਦੇ, ਇਹ ਸਾਧ ਤੁਹਾਡੇ ਚੜਾਵਿਆਂ ਤੇ ਐਸ਼ ਕਰਦੇ ਨੇ, ਬੜੀ ਮਿਹਨਤ ਤੁਸੀਂ ਕਰਦੇ ਹੋ, ਦਸਵੰਧ ਉੱਥੇ ਜਾ ਕੇ ਦੇ ਆਉਂਦੇ, ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ, ਬੈਠੇ ਖਾਂਦੇ ਨੇ। ਸੰਗਤਾਂ ਨੇ ਜਦੋਂ ਬਚਨ ਸੁਣਿਆ ਤੇ ਕਹਿਣ ਲੱਗੇ, ਸ਼ਾਹ ਜੀ ਜਗ੍ਹਾ ਦੇਣੀ ਆ, ਦਿਓ। ਸੰਗਤ ਰੂਪ ਗੁਰਾਂ ਦਾ ਰੂਪ ਜਗ ਤੇ ਸਕਿਆ ਸਮਝਣਾ, ਗੰਗਾ ਅਭਿਮਾਨ ਵਾਲਾ। ਮਾੜੇ ਬੋਲ ਬੋਲਦਾ ਇਹ ਵੱਧ ਜ਼ੁਬਾਨ ਵਾਲਾ। ਕਹਿੰਦਾ ਮੈਂ ਜਾਣਦਾ, ਗੁਰੂ ਨੂੰ ਵੀ ਜਾਣਦਾ। ਸੰਗਤਾਂ ਨੇ ਆਖਿਆ, ਤੁਸੀਂ ਜਗ੍ਹਾ ਦੇਣੀ ਹੈ ਦਿਓ, ਨਹੀਂ ਦੇਣੀ ਨਾ ਦਿਓ, ਪਰ ਤੁਸੀਂ ਗੁਰੂ ਸਾਹਿਬ ਨੂੰ ਮਾੜਾ ਨਹੀਂ ਕਹਿ ਸਕਦੇ। ਕਹਿੰਦਾ ਇਹੋ ਤੇ ਮੈਂ ਤੁਹਾਡੀਆਂ ਅੱਖਾਂ ਤੋਂ ਪਰਦਾ ਲਾਂਭੇ। ਉਹ ਹਟਿਆ ਹੀ ਨਾ, ਗੁਰ ਕੀ ਨੰਦਾ ਸੁਣੇ ਨਾ ਕਾਨ। ਉਹਨੇ ਆਖਿਆ ਜੋ ਕੁਝ ਬਣਿਆ, ਸੰਗਤਾਂ ਨੇ ਆਖਿਆ ਗੁਰੂ ਦਾ ਦਿੱਤਾ। ਕਹਿੰਦਾ ਬਿਲਕੁਲ ਗਲਤ ਬਾਤ, ਮੇਰੀ ਮਿਹਨਤ ਦਾ ਨਤੀਜਾ, ਮੈਂ ਬਣਾਇਆ, ਆਪਣੇ ਦਿਮਾਗ ਨਾਲ ਬਣਾਇਆ। ਖਲੋਤਿਆਂ ਸੰਗਤ ਨੇ ਅਰਦਾਸ ਕਰ ਦਿੱਤੀ। ਵਿੱਚੋਂ ਕਿਸੇ ਨੇ ਕਹਿਣ ਲੱਗੇ, ਜੇ ਤੇ ਤੇਰੀ ਮਿਹਨਤ ਦਾ ਨਤੀਜਾ ਤੇ ਤੇਰੇ ਕੋਲ ਰਹਿ ਜਾਵੇ, ਤੇ ਜੇ ਤੇਰੀ ਮਿਹਨਤ ਦਾ ਨਤੀਜਾ ਨੇ ਗੁਰੂ ਦੀ ਰਹਿਮਤ ਇਹਦੇ ਵਿੱਚ ਵਰਤੀ ਹੈ, ਤੇ ਤੇਰੇ ਵਰਗੇ ਬੰਦੇ ਕੋਈ ਮੁਹਾਲੇ ਮਾਇਆ ਨਹੀਂ ਚਾਹੀਦੀ। ਸੱਚੇ ਪਾਤਸ਼ਾਹ ਨੂੰ ਚਾਹੀਦਾ ਤੇਰੇ ਕੋਲ ਖੋਲ। ਬਚਨ ਕਰਕੇ ਚਲ ਗਈ ਸੰਗਤ। ਅਜੇ ਦਿਨ ਹੀ ਚੜਿਆ ਸੀ ਜਾਂ ਕਿਸੇ ਨੇ ਆਣ ਕੇ ਇਹ ਗੱਲ ਦੱਸੀ। ਕਹਿਣ ਲੱਗਾ, ਸ਼ਾਹ ਜੀ ਜਿਹੜੀ ਤੁਹਾਡੀ ਹੀਰੇ ਜਵਾਹਰਾਤ ਦੀ ਦੁਕਾਨ ਸੀ ਨਾ, ਜਿਹਨੂੰ ਸ਼ੋਰੂਮ ਕਹਿੰਦੇ, ਉਹ ਕਹਿੰਦਾ ਰਾਤ ਦਾ ਉਹਦੇ 'ਚ ਡਾਕਾ ਪੈ ਗਿਆ, ਲੈ ਗਏ ਲੁੱਟ ਕੇ ਸਾਰਾ ਕੁਝ। ਕਿਸੇ ਨੇ ਦੁਪਹਿਰ ਤੱਕ ਖਬਰ ਦਿੱਤੀ, ਕਹਿੰਦਾ ਜਿਹੜਾ ਫਲਾਣੇ ਦਾ ਸਟੋਰ ਸੀ ਨਾ, ਉਹਦੇ 'ਚ ਅੱਗ ਲੱਗ ਗਈ ਜੀ। ਬਹੁਤੇ ਦਿਨ ਨਾ ਲੱਗੇ, ਇੱਧਰੋਂ ਸੰਗਤ ਰਵਾਨਾ ਹੋ ਗਈ ਲਾਹੌਰ ਸ਼ਹਿਰ ਵਿੱਚ, ਤੇ ਇੱਧਰੋਂ ਗੰਗੇ ਸ਼ਾਹ ਦੀ, ਇਹਦਾ ਨਾਂ ਸੀ ਗੰਗੇ ਸ਼ਾਹ, ਇਹਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਆਖਰ ਦਿਨਾਂ ਦੇ ਵਿੱਚ ਹੀ ਕੰਗਾਲ ਹੋ ਕੇ ਬੈਠ ਗਏ। ਜੰਗਲੇ ਬੰਗਲੇ ਸਾਰਾ ਕੁਝ ਵਿਖ ਗਿਆ, ਕਿਉਂਕਿ ਮੈਂ ਸ਼ਾਰਟਕਟ ਜਾ ਰਿਹਾ, ਮਜਬੂਰ ਤੇ ਵੈਸੇ ਬੇੜਾ ਲੰਬੇਰਾ ਹੈ। ਇੱਥੇ ਬਹੁਤ ਕੁਝ ਆ ਕਹਿਣ ਵਾਸਤੇ, ਤੇ ਮੈਨੂੰ ਘੜੀ ਦੀਆਂ ਸੂਈਆਂ ਵੀ ਲੱਭਦੀਆਂ। ਵੈਸੇ ਤੇ ਮੈਂ ਮਨ ਬਣਾਇਆ ਸੀ ਘੱਟੋ ਘੱਟ 7-8 'ਚ 2 ਚੀਜ਼ਾਂ ਤੁਹਾਡੇ ਨਾਲ ਸਾਂਝਾ ਕਰਾਂ, ਪਰ ਹੋ ਸਕਦਾ ਮੈਂ ਇੱਕੋ ਹੀ ਕਰ ਸਕਾਂ। ਬਾਕੀ ਮੈਂ ਲੈਕਚਰ ਵਿੱਚ ਹੀ ਕਹਿ ਦੇਣਾ ਸਾਰਾ ਮਜਮੂਨ, ਮੇਰੀ ਆਪਣੀ ਮਜਬੂਰੀ ਹੈ। ਧਿਆਨ ਦੇਣਾ ਸੰਗਤ ਜੀ। ਆਖਰ ਦਿਨਾਂ 'ਚ ਕੰਗਾਲ ਹੋ ਗਿਆ। ਹੁਣ ਮੰਗਿਆ ਵੀ ਕਦੋਂ ਖੈਰ ਨਹੀਂ ਪੈਂਦੀ, ਕੋਈ ਉਧਾਰ ਨਹੀਂ ਦਿੰਦਾ, ਰੈਕਟ ਖਰਾਬ ਹੋ ਗਿਆ ਸਾਰੇ ਦਾ ਸਾਰਾ। ਇੱਧਰ ਸੰਗਤਾਂ ਗੋਇੰਦਵਾਲ ਸਾਹਿਬ ਚਲ ਗਈਆਂ, ਮੱਥਾ ਟੇਕ ਕੇ ਵਾਪਸ ਮੁੜ ਗਈਆਂ। ਇਉਂ ਦਰ ਦਰ ਭਟਕਦਾ
ਛੋਟਾ ਜਿਹਾ ਇੱਕ ਜਥਾ ਗੋਇੰਦਵਾਲ ਸਾਹਿਬ ਨੂੰ ਕਿਤੇ ਜਾ ਰਿਹਾ ਸੀ, ਪੁੱਛਣਾ ਕੀਤਾ, ਕਹਿੰਦਾ ਕਿੱਥੇ ਚੱਲੇ ਹੋ? ਕਹਿੰਦੇ ਗੋਇੰਦਵਾਲ ਸਾਹਿਬ ਚੱਲੇ ਆ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਦਿਮਾਗ 'ਚ ਕਰਾਇਆ, ਕਹਿੰਦਾ ਉਹ ਸੰਗਤ ਆਈ ਸੀ, ਮੈਂ ਉਹਨਾਂ ਦਾ ਨਰਾਦਰ ਕੀਤਾ ਸੀ, ਸੰਗਤ ਨੇ ਬਚਨ ਕੁਝ ਐਸਾ ਕਰ ਦਿੱਤਾ, ਮੇਰਾ ਸਾਰਾ ਕੁਝ ਠੱਪ ਹੋ ਗਿਆ, ਮੈਂ ਗੋਇੰਦਵਾਲ ਸਾਹਿਬ ਜਾਣਾ। ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਚੱਲ ਗਿਆ, ਪਰ ਗੁਰੂ ਦੇ ਸਨਮੁਖ ਬਹਿਣ ਦੀ ਜੁਰਤ ਨਾ ਕੀਤੀ। ਕੀ ਕਰਦਾ ਹੁਣ? ਝਾੜੂ ਦਿੰਦਾ ਦਰਬਾਰ ਵਿੱਚ, ਜੂਠੀਆਂ ਪੱਤਲਾਂ ਚੁੱਕਦਾ, ਜੂਠੇ ਭਾਂਡੇ ਧੋਂਦਾ, ਲੰਗਰਾਂ ਦੀ ਸੇਵਾ ਕਰਦਾ। ਪਾਤਸ਼ਾਹ ਨੇ ਵੀ ਪਛਾਣਿਆ ਕਿ ਗੰਗੇ ਸ਼ਾਹ ਇੱਥੇ ਆ ਗਿਆ। ਪਾਤਸ਼ਾਹ ਨੇ ਕੁਝ ਨਹੀਂ ਆਖਿਆ, ਕਰਨ ਦੇ ਮੋਹ ਤੇ। ਪਰ ਇੱਕ ਦਿਨ ਸਤਿਗੁਰੂ ਮੇਹਰਾਂ ਦੇ ਘਰ ਵਿੱਚ ਆਏ, ਇਹ ਭਾਂਡਿਆਂ ਦੀ ਸੇਵਾ ਕਰ ਰਿਹਾ ਸੀ, ਜਾਂ ਗੁਰੂ ਅਮਰਦਾਸ ਮਹਾਰਾਜ ਨੇ ਮੇਹਰਾਂ ਦੇ ਸਾਈਂ ਆਣ ਕੇ ਮੋਢੇ ਤੇ ਹੱਥ ਰੱਖ ਦਿੱਤਾ, ਕਿਉਂਕਿ ਪੁਸ਼ਾਕ ਸ਼ਾਹੂਕਾਰਾਂ ਵਾਲੀ। ਬੰਦਾ ਅਮੀਰੀ ਚੋਂ ਗਰੀਬੀ ਚਲੇ ਜਾਂਦੀ, ਚਾਲ ਨਹੀਂ ਬਦਲਦੀ, ਤੋਰ ਨਹੀਂ ਬਦਲਦੀ। ਗਰੀਬ ਦੀ ਤੋਰ ਕੋਈ ਹੋਰ ਤਰੀਕੇ ਦੀ ਹੁੰਦੀ ਹੈ, ਅਮੀਰ ਦੀ ਕੋਈ ਹੋਰ ਤਰੀਕੇ ਦੀ ਹੁੰਦੀ ਹੈ। ਨਾ ਉੱਦਾਂ ਦੇ ਕੱਪੜੇ, ਪੱਗ ਵੀ ਉੱਦਾਂ ਦੀ ਬੰਨੇ, ਭਾਵੇਂ ਗਰੀਬ ਹੋ ਗਿਆ ਸੀ। ਪਾਤਸ਼ਾਹ ਨੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਸ਼ਾਹ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ, ਸਾਨੂੰ ਮਿਲੇ ਹੀ ਨਹੀਂ, ਸਾਡੇ ਨਾਲ ਕਾਹਦੀ ਨਾਰਾਜ਼ਗੀ ਹੈ ਭਈ ਤੁਹਾਡੀ? ਤੁਸੀਂ ਸਾਡੇ ਮਿੱਤਰ ਜੇ, ਤੁਸੀਂ ਸਾਡੇ ਕੋਲ ਆਏ ਨਹੀਂ, ਕੋਈ ਨਾਰਾਜ਼ਗੀ ਹੈ? ਹੱਥ ਜੋੜ ਕੇ ਧਾ ਕੇ ਚਰਨਾਂ ਤੇ ਜਾ ਪਿਆ, ਸਾਰੀ ਗੱਲ ਦੱਸੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲ ਗਲਤੀ ਹੋ। ਪਾਤਸ਼ਾਹ ਨੇ ਕਿਹਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਬੰਦਾ ਹੀ ਗਲਤੀਆਂ ਕਰਦਾ, ਜਿਹੜਾ ਗਲਤੀ ਨਹੀਂ ਕਰਦਾ ਤੇ ਭਗਵਾਨ ਹੁੰਦਾ ਹੈ। ਜਿਹੜਾ ਗਲਤੀ ਕਰੇ ਤੇ ਮੰਨ ਲਵੇ ਇਨਸਾਨ ਹੁੰਦਾ ਹੈ, ਜਿਹੜਾ ਗਲਤੀ ਕਰੇ ਤੇ ਮੰਨੇ ਨਾ ਉਹ ਸ਼ੈਤਾਨ ਹੁੰਦਾ ਹੈ। ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਕੋਈ ਗੱਲ ਨਹੀਂ, ਗੁਰੂ ਨਾਨਕ ਦਾ ਦਰ ਸਦਾ ਹੀ ਬਖਸ਼ੇਗਾ। ਪਰ ਤੁਹਾਨੂੰ ਸੰਗਤ ਨੇ ਇਦਾਂ ਨਹੀਂ ਸੀ ਕਰਨਾ ਚਾਹੀਦਾ। ਕੋਈ ਗੱਲ ਨਹੀਂ ਸ਼ਾਹ ਜੀ, ਅਸੀਂ ਅੱਜ ਦੀਵਾਨ ਵਿੱਚ ਤੁਹਾਡੀ ਮਦਦ ਕਰਾਂਗੇ। ਕੀ ਚਾਹੀਦਾ ਹੈ? ਕਹਿੰਦਾ ਮਹਾਰਾਜ ਦਿਲ ਕਰਦਾ ਕਾਰੋਬਾਰ ਫਿਰ ਬਣੇ, ਮਹਿਲ ਬਾਣੀਆਂ ਹੋਣ, ਰੱਥ ਪੱਕੀਆਂ ਹੋਣ, ਕਾਰੋਬਾਰ ਹੀਰੇ ਜਵਾਹਰਾਤ ਦਾ ਕਾਰੋਬਾਰ ਮੈਨੂੰ ਫਿਰ ਮਿਲੇ। ਲੈਣ ਆਪਾਂ ਵੀ ਇਹੋ ਕੁਝ ਹੀ ਆਉਂਦੇ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਇਹ ਨਹੀਂ ਮੰਗਦੇ ਆਪਾਂ। ਲੈਣ ਅਸੀਂ ਵੀ ਰੱਥ ਪੱਕੀਆਂ ਆਉਂਦੇ ਹਾਂ, ਮੈਨੂੰ ਵੱਡੀ ਕਾਰ ਦੇ ਦੇ। ਇਹ ਤਾਂ ਚੀਜ਼ਾਂ ਆਪੇ ਤੁਰੀਆਂ ਆਉਣੀਆਂ ਜਦੋਂ ਜਿਹਦੇ ਵੱਲ ਸਤਿਗੁਰ ਸੱਚਾ ਪਾਤਸ਼ਾਹ ਹੋ ਗਿਆ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਾ, ਤਾਂ ਫਿਰ ਗੱਲ ਕਿਹੜੀ ਰਹਿ ਗਈ ਸੰਗਤ ਜੀ? ਪੜ੍ਹਦੇ ਹੈ, ਉਹਨਾਂ ਦੇ ਅਰਥਾਂ ਨੂੰ ਨਹੀਂ ਵਾਚਣ ਦਾ ਆਪਾਂ ਯਤਨ। ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਮੈਂ ਕੋਈ ਫਰਿਸ਼ਤਾ ਨਹੀਂ ਆਇਆ ਹੋਇਆ ਕਿ ਮੇਰੀ ਕੋਈ ਲਾਈਫ ਵੱਖਰੀ ਹੈ ਤੁਹਾਡੇ ਨਾਲੋਂ। ਗੁਰੂ ਨੇ ਡਿਊਟੀ ਲਾਈ ਹੈ ਇੱਕ ਚੌਕੀਦਾਰ ਦੀ ਨਿਆਈ। ਹਮ ਕੁੱਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾ। ਸਾਡੀ ਡਿਊਟੀ ਲੱਗੀ ਭੌਂਕਣ ਦੀ। ਮੈਂ ਕੁੱਤੇ ਜੋ ਹੋਏ ਆਪਾਂ ਗੁਰੂ ਨਾਨਕ ਦੇ ਦਰ ਦੇ ਸੰਗਤ। ਧਿਆਨ ਦਿਓ, ਮੈਂ ਬੇਨਤੀ ਕਰ ਰਿਹਾ, ਸ਼ਾਮ ਦਾ ਦੀਵਾਨ ਸੱਜਿਆ, ਸੰਗਤਾਂ ਆਈਆਂ, ਮੱਥਾ ਟੇਕਾ, ਗੋਲਕ ਚ ਮਾਇਆ ਪਈ ਹੈ ਨਾ। ਗੰਗੇ ਸ਼ਾਹ ਨੇ ਸੋਚਿਆ, ਕਹਿੰਦਾ ਜੇ ਇੰਨੀ ਕੁ ਮਾਇਆ ਵੀ ਮੈਨੂੰ ਦੇ ਦੇਣ ਤੇ ਦਿਮਾਗ ਮੇਰਾ ਕਾਫੀ ਹੈ, ਮੈਂ ਕਾਰੋਬਾਰ ਚਲਾ ਲੈਣਾ। ਤੇ ਕਹਿੰਦਾ ਪਾਤਸ਼ਾਹ ਕਹਿੰਦੇ ਸਨ ਅੱਜ ਮਦਦ ਕਰਾਂਗੇ, ਹੋ ਸਕਦਾ ਸੋਨਾ ਚਾਂਦੀ ਵੀ ਦੇ ਦੇਣ ਬਈ, ਕਾਰੋਬਾਰ ਚ ਨਾ ਬਚਨ ਕਰ ਲੈਣਾ। ਦੀਵਾਨ ਦੀ ਸਮਾਪਤੀ ਹੋ ਗਈ, ਸੇਵਾਦਾਰ ਮਾਇਆ ਵੀ ਚੁੱਕ ਕੇ ਲੈ ਗਏ। ਪਾਤਸ਼ਾਹ ਬੈਠੇ, ਗੰਗਾ ਹੌਦਾ ਹੀ ਬੈਠਾ, ਕਹਿੰਦਾ ਦਿੱਤਾ ਕੱਖ ਨਹੀਂ। ਫਿਰ ਪਾਤਸ਼ਾਹ ਨੇ ਕੋਲ ਬੁਲਾਇਆ, ਬਚਨ ਕੀਤਾ। ਪਾਤਸ਼ਾਹ ਨੇ ਕੀ ਦਿੱਤਾ? ਕਹਿਣ ਲੱਗੇ, ਸ਼ਾਹ ਜੀ ਫਿਰ ਕਾਰੋਬਾਰ ਚਾਹੀਦਾ? ਕਹਿੰਦਾ ਹਾਂ ਚਾਹੀਦਾ, ਆ ਜਾ ਫਿਰ ਉਰਾਂ। ਪਾਤਸ਼ਾਹ ਨੇ ਦਿੱਤਾ ਕਿ ਇਤਿਹਾਸ 'ਚ ਦਰਜ ਹੈ, ਇੱਕ ਵਹੀ ਦਿੱਤੀ, ਵਹੀ ਜਿਹਦੇ ਤੇ ਸ਼ਾਹੂਕਾਰ ਕਾਰੋਬਾਰ ਲਿਖਦੇ ਨੇ। ਬੁੱਕਸ ਜਿਹੜੀਆਂ ਰੱਖੀਆਂ ਹੁੰਦੀਆਂ ਸ਼ਾਹੂਕਾਰਾਂ ਰੋਜ਼ ਦਾ ਹਿਸਾਬ ਲਿਖਦੇ ਨੇ। ਇੱਕ ਉਹ ਦਿੱਤੀ, ਇੱਕ ਕੰਮ ਦੇ ਦਿੱਤੀ, ਇੱਕ ਦਵਾਤ ਦੇ ਦਿੱਤੀ। ਇਹ ਤਿੰਨੇ ਚੀਜ਼ਾਂ ਪਾਤਸ਼ਾਹ ਨੇ ਇੱਕ ਥੈਲੇ 'ਚ ਪਾ ਕੇ ਨਾ, ਗੁਰੂ ਅਮਰਦਾਸ ਕਹਿੰਦੇ ਆਲਾ ਸ਼ਾਹਾ ਕਲਮ ਦਵਾਤਾਂ, ਨਾਨਕ ਦੀ ਹੱਟੀ ਤੋਂ ਸ਼ਾਹਾ ਬਖਸ਼ੀਆਂ ਤੈਨੂੰ ਦਾਤਾਂ। ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ, ਨਾਨਕ ਦਾ ਨਾਂ ਲੈ ਕੇ ਆਪਣਾ ਕਾਰੋਬਾਰ ਵਧਾਓ। ਪਾਤਸ਼ਾਹ ਨੇ ਰਚਨਾ ਬੜੀ ਪਿਆਰੀ ਹੈ, ਮੈਂ ਢਾਡੀ ਸਿੰਘਾਂ ਨੂੰ ਕਹਾਂਗਾ ਸਾਜ਼ ਘੱਟ ਕਰਕੇ, ਤੇ ਮੈਂ ਪਹਿਲਾਂ ਮਾਫੀ ਮੰਗ ਰਿਹਾ ਜੇ 2-4 ਮਿੰਟ ਤਾਂ ਹੋ ਜਾਣਾ, ਮੈਨੂੰ ਮਾਫ ਕਰ ਦਿਓ। ਪਰ ਸੰਗ ਬੜਾ ਪਿਆਰਾ ਹੈ। ਹੁਣ ਗੁਰੂ ਦੀ ਬਖਸ਼ਿਸ਼ ਆਪਾਂ ਸਰਵਣ ਕਰਾ ਦਿਓ ਜੀ, ਸਰਵਣ ਛੇਤੀ ਕਰ ਦਾਂਗੇ। ਦੂਜੀ ਰਚਨਾ ਮੈਂ ਛੇਤੀ ਕਹਿ ਦੇਵਾਂਗਾ, ਇਹੋ ਮੈਨੂੰ ਕੀਤਾ ਜਾ ਰਿਹਾ, ਸੁਣੀਏ। ਗੁਰੂ ਅਮਰਦਾਸ ਕਹਿੰਦੇ ਆਲਾ ਸਾਥੋਂ ਕਲਮ ਦਵਾਤਾ, ਨਾਨਕ ਦੀ ਹੱਟੀ ਤੋਂ ਸ਼ਾਹ ਬਖਸ਼ੀਆਂ ਤੈਨੂੰ ਦਾਤਾ। ਨਾਨਕ ਦੀ ਹੱਟੀ
ਸ਼ਾਹ ਬਖਸ਼ੀਆਂ ਤੈਨੂੰ ਦਾਤਾ ਸਤਿਗੁਰ ਦਾ ਨਾਮ ਲੈ ਕੇ ਸਤਿਗੁਰ ਦਾ ਨਾਮ ਲੈ ਕੇ ਜਾਓ ਆਪਣਾ ਕੰਮ ਚਲਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਕੀਤੇ ਬਚਨ ਜੋ ਸੰਗਤ ਨੇ ਕੀਤੇ ਬਚਨ ਜੋ ਸੰਗਤ ਨੇ ਅਸੀਂ ਹੁਣ ਮੋੜ ਕਦੇ ਨਹੀਂ ਸਕਦੇ ਜੇ ਨਾ ਬਚਨ ਸੰਗਤ ਕਰਦੀ ਤੁਸੀਂ ਲਾਹੌਰ ਫੇਰ ਤੋਂ ਵਸਦੇ ਜੇ ਨਾ ਬਚਨ ਸੰਗਤ ਕਰਦੀ ਤੁਸੀਂ ਲਾਹੌਰ ਫੇਰ ਤੋਂ ਵਸਦੇ ਘਰ ਆਵੇ ਜੋ ਚੱਲ ਕੇ ਘਰ ਆਵੇ ਜੋ ਚੱਲ ਕੇ ਸੇਵਾ ਕਰਨੀ ਧਰਮ ਬਣਾਵੋ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਵੋ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਵੋ ਯਾਦ ਕਰੋ ਉਸ ਮਾਲਕ ਨੂੰ ਜੋ ਸਭ ਨੂੰ ਰੋਜੀ ਦਿੰਦਾ ਜੋ ਉਸ ਨੂੰ ਭੁੱਲ ਜਾਵੇ ਦਾਤਾ ਸਭ ਵਾਪਸ ਲੈ ਲੈਂਦਾ ਜੋ ਉਸ ਨੂੰ ਭੁੱਲ ਜਾਵੇ ਦਾਤਾ ਸਭ ਵਾਪਸ ਲੈ ਲੈਂਦਾ ਦਰ ਆਵੇ ਜੋ ਚੱਲ ਕੇ 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 ਸਦਾ ਹੀ ਉਸ ਨੂੰ ਕੰਠ ਲਗਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਵੋ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਵੋ ਓ ਮਿਲਣਾ ਜਨਮ ਮਨੁੱਖਾ ਮਿਲਣਾ ਜਨਮ ਮਨੁੱਖਾ ਮਿਲਣਾ ਜਨਮ ਮਨੁੱਖਾ ਨਾ ਇਹ ਸਭ ਸਿਆਣੇ ਕਹਿੰਦੇ ਮਿਲਣਾ ਜਨਮ ਮਨੁੱਖਾ ਨਾ ਇਹ ਸਭ ਸੱਚ ਸਿਆਣੇ ਕਹਿੰਦੇ ਚੰਗੇ ਕੰਮ ਜੋ ਕਰਦੇ ਨੇ ਮਰਨੋਂ ਬਾਅਦ ਵੀ ਜਗਦੇ ਰਹਿੰਦੇ ਚੰਗੇ ਕੰਮ ਜੋ ਕਰਦੇ ਨੇ ਮਰਨੋਂ ਬਾਅਦ ਵੀ ਜਗਦੇ ਰਹਿੰਦੇ ਡਰ ਕੇ ਉਸ ਮਾਲਕ ਤੋਂ ਡਰ ਕੇ ਉਸ ਮਾਲਕ ਤੋਂ ਸੋਹਣ ਹਰ ਦੁਖੀ ਦਾ ਦਰਦ ਮਿਟਾਵੋ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਵੋ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਵੋ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਵਹੀ ਦਿੱਤੀ ਕਲਮ ਦਵਾ ਦਿੱਤੀ ਤੇ ਕਹਿਣ ਲੱਗੇ ਜਾਓ ਸ਼ਾਹ ਜੀ ਜਾ ਕੇ ਦਿੱਲੀ ਵਿੱਚ ਕਾਰੋਬਾਰ ਕਰੋ ਕਹਿੰਦੇ ਲਾਹੌਰ ਵਿੱਚ ਵੀ ਤੁਸੀਂ ਵਸ ਸਕਦੇ ਪਰ ਸੰਗਤ ਦੇ ਬਚਨੇ ਤੁਹਾਡੇ ਵਰਗਾ ਬੰਦਾ ਲਾਹੌਰ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੀਦਾ ਆਪਾਂ ਸੰਗਤਾਂ ਦੇ ਬਚਨਾਂ ਨੂੰ ਵੀ ਰੱਖ ਲਿਆ ਤੇ ਤੁਸੀਂ ਜਾਓ ਹੁਣ ਦਿੱਲੀ ਸ਼ਾਹ ਨੇ ਸੋਚਿਆ ਕਹਿਣ ਲੱਗਾ ਗੁਰੂ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਸਾਰੀ ਜ਼ਿੰਦਗੀ ਸ਼ਾਹੂਕਾਰਾ ਕੀਤਾ ਇਹਨਾਂ ਨੂੰ ਨਹੀਂ ਪਤਾ ਸ਼ਾਹੂਕਾਰਾ ਕਿੱਦਾਂ ਹੁੰਦਾ ਵਹੀ ਨਾਲ ਕਲਮ ਦਵਾਤ ਨਾਲ ਕਦੀ ਸ਼ਾਹੂਕਾਰਾ ਹੋਇਆ ਅੱਛਾ ਭਾਵੇਂ ਮਖੌਲ ਕੀਤਾ ਪਰ ਗੁਰੂ ਇੱਕ ਨੁਕਤਾ ਮੈਨੂੰ ਜ਼ਰੂਰ ਦੱਸ ਸਕੇ ਕਿ ਤੁਸੀਂ ਦਿੱਲੀ ਜਾ ਕੇ ਕਾਰੋਬਾਰ ਬਿਜ਼ਨਸਮੈਨ ਬੰਦਾ ਸੀ ਦਿਮਾਗ ਉਹਦਾ ਚੱਲਦਾ ਸੀ ਕਹਿੰਦਾ ਲਾਹੌਰ ਵਿੱਚ ਤਾਂ ਮੈਨੂੰ ਸਾਰੇ ਜਾਣਦੇ ਨੇ ਕਿ ਕੰਗਾਲ ਹੋ ਚੁੱਕਾ ਤੇ ਦਿੱਲੀ ਮੈਨੂੰ ਜਾਣਦਾ ਕੋਈ ਨਹੀਂ ਉੱਥੇ ਮੇਰੀ ਠੱਗੀ ਚੱਲ ਜਾਣੀ ਹੈ ਜੇ ਮੇਰੀ ਠੱਗੀ ਚੱਲ ਗਈ ਕਾਰੋਬਾਰ ਮੈਂ ਆਪੇ ਵਧਾ ਲਿਆ ਹੁਣ ਗੰਗੇ ਸ਼ਾਹ ਦਿੱਲੀ ਆ ਗਿਆ ਸੰਗਤ ਜੀ ਹੁਣ ਕੱਲੀ ਕਲਮ ਦਵਾ ਤੇ ਵਹੀ ਨਾ ਤੇ ਆਪਾਂ ਵੀ ਸੋਚਦੇ ਵੀ ਕਾਰੋਬਾਰ ਕਿੱਥੋਂ ਚੱਲਣਾ ਸੀ ਪੈਸੇ ਤੇ ਚਾਹੀਦੇ ਰਾਸ ਪੂੰਜੀ ਤੇ ਚਾਹੀਦੀ ਮਹੀਨਿਆਂ ਬੱਧੀ ਸਮਾਂ ਲੰਘ ਗਿਆ ਪਰ ਉਹਦਾ ਕਾਰੋਬਾਰ ਚੱਲਿਆ ਨਾ ਬਸ ਕੀ ਕਰਨਾ ਪ੍ਰਸ਼ਾਦਾ ਕਦੇ ਕੇ ਸ਼ਿਵ ਦਵਾ ਲਿਓ ਕਿਤੇ ਧਰਮਸ਼ਾਲਾ ਚੋਂ ਛਕ ਲੈਣਾ ਤੋ ਝੋਲਾ ਬਸਤਾ ਜਿਹਦੇ ਵਿੱਚ ਵਹੀ ਤੇ ਕਲਮ ਦਵਾ ਸੀ ਇੱਕ ਬੋਰਡ ਦੇ ਨਾਲ ਟੰਗ ਕੇ ਉਹਨੂੰ ਕੇਲ ਜਾਂ ਠੋਕੇ ਦੇ ਥੱਲੇ ਬੈਠੇ ਰਹਿ ਉਹਨਾਂ ਸਮੇਂ 'ਚ ਹੁੰਡੀ ਸਿਸਟਮ ਹੁੰਦਾ ਸੀ ਜਿਹੜਾ ਅੱਜ ਕੱਲ੍ਹ ATM ਹੈ ਨਾ ਸਾਡੇ ਕੋਲ ਕ੍ਰੈਡਿਟ ਕਾਰਡ ਨੇ ਇਹ ਗੁਰੂ ਸਾਹਿਬ ਵੇਲੇ ਵੀ ਹੁੰਦੇ ਸਨ ਪਰ ਇਹ ਕੰਮ ਕਿੱਦਾਂ ਕਰਦੇ ਸਨ ਮੰਨ ਲਓ ਇੱਥੋਂ ਕਿਸੇ ਨੇ ਕੈਲੀਫੋਰਨੀਆ ਜਾਣਾ ਹੁਣ ਵਰਗਾ ਸਮਾਂ ਤੇ ਹੈ ਨਹੀਂ ਸੀ ਜਾਂ ਮੰਨ ਲਓ ਕਿਸੇ ਨੇ ਜਿੱਦਾਂ ਦਿੱਲੀੋਂ ਲਾਹੌਰ ਹੀ ਆਉਣਾ ਉੱਥੋਂ ਦੀ ਗੱਲ ਕਰ ਲੈਂਦੇ ਆ ਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਆਮ ਚੋਰ ਧਾੜਵੀ ਡਾਕੂ ਲੁਟੇਰੇ ਮਾਇਆ ਖੋਹ ਲੈਂਦੇ ਸਨ ਬਿਜ਼ਨਸਮੈਨ ਲੋਕ ਕੀ ਕਰਦੇ ਸਨ ਸ਼ਾਹੂਕਾਰਾਂ ਦੇ ਕੋਲ
ਉੱਥੇ ਹੁੰਡੀ ਜਮ੍ਹਾਂ ਕਰਾ ਦਿੰਦੇ ਸਨ, ਲਿਖਾ ਦਿੰਦੇ ਸਨ, ਮਾਇਆ ਦੇ ਕੇ ਉਹ ਪਰਚੀ ਦੇ ਦਿੰਦੇ। ਉਹਨਾਂ ਦਾ ਕਾਰੋਬਾਰ ਮਾਨੋ ਲਾਹੌਰ ਵਾਲਿਆਂ ਦੇ ਨਾਲ ਸਾਂਝਾ। ਲਾਹੌਰ ਆਣ ਕੇ ਸ਼ਾਹੂਕਾਰ ਨੂੰ ਉੱਥੋਂ ਦੇ ਨੂੰ ਪਰਚੀ ਵਿਖਾ ਦਿੰਦੇ ਸਨ, ਜਿਹਦੇ ਨਾਲ ਬਿਜ਼ਨਸ ਸਾਂਝਾ ਹੁੰਦਾ ਸੀ। ਜਿੱਦਾਂ ਇੱਥੇ ਤੇ ਰੈਂਟਲ ਕਾਰ ਲਓ ਤੇ ਜਾ ਕੇ ਉੱਥੇ ਦੇ ਦਿਓ, ਉੱਥੋਂ ਲਓ ਤੇ ਇੱਥੇ ਦੇ ਦਿਓ। ਉਹ ਪਰਚੀ ਵਿਖਾ ਕੇ ਤੇ ਕੁਝ ਕਟੌਤੀ ਕਰਕੇ ਮਾਇਆ ਸ਼ਾਹੂਕਾਰ ਨੂੰ ਦੇ ਦਿੰਦੇ ਸਨ। ਉਹਦੇ ਨਾਲ ਲੁੱਟੇ ਜਾਣ ਦਾ ਕੋਈ ਖਤਰਾ ਨਹੀਂ ਸੀ। ਕੋਈ ਪਠਾਨ ਸੀ ਨੇ ਲਾਹੌਰ ਆਉਣਾ ਸੀ, ਮਾਇਆ ਸੀ ਉਹਦੇ ਕੋਲ 10,000। ਉਹਨਾਂ ਸਮੇਂ 'ਚ ਬਹੁਤ ਵੱਡਾ ਬਿਜ਼ਨਸਮੈਨ ਜਿਹੜੇ ਸ਼ਾਹੂਕਾਰ ਕੋਲ ਜਾਂਦਾ, ਕਹਿੰਦਾ ਮੈਨੂੰ ਕੋਈ 10,000 ਦੀ ਹੁੰਡੀ ਬਣਾ ਦੇਵੇਗਾ। ਹੁਣ ਰਕਮ ਬੜੀ ਵੱਡੀ। ਜਿਹੜੇ ਸ਼ਾਹੂਕਾਰ ਕੋਲ ਜਾਂਦਾ ਕਹਿੰਦਾ ਵੀ ਸਾਡੇ ਕੋਲ ਤੇ ਤਾਕਤ ਹੈ ਨਹੀਂ, ਪਸਲੀ 'ਚ ਜਾਨ ਹੈ ਨਹੀਂ ਵੀ 10,000 ਦੀ ਹੁੰਡੀ ਬਣਾ ਦਈਏ। ਸਾਰਿਆਂ ਕੋਲ ਫਿਰ ਕੇ ਕਹਿੰਦਾ ਕੋਈ ਵੀ ਐਸਾ ਹੈ ਨਹੀਂ। ਇੱਕ ਸ਼ਾਹੂਕਾਰ ਨੇ ਮਖੌਲ ਕੀਤਾ, ਗੰਗੇ ਸ਼ਾਹ ਬੋਰਡ ਦੇ ਥੱਲੇ ਬੈਠਾ, ਕਹਿੰਦਾ ਇਹਦੇ ਕੋਲ ਚੱਲ ਜਾਏ ਬਣਾ ਦੇਗਾ, ਭਾਵੇਂ ਲੱਖ ਦੀ ਬਣਾ ਲੈ। ਪਠਾਨ ਨੇ ਸੋਚਿਆ ਨਹੀਂ ਕਿ ਮੇਰੇ ਨਾਲ ਮਖੌਲ ਕੀਤਾ। ਗੰਗੇ ਸ਼ਾਹ ਕੋਲ ਆਇਆ, ਨੀਵੀਂ ਪਾ ਕੇ ਸੋਚਿਆ 'ਚ ਡੁੱਬਾ, ਪੁਰਾਣੇ ਦਿਨ ਯਾਦ ਕਰਦਾ, ਕਹਿੰਦਾ ਸ਼ਾਹ ਜੀ ਮੈਂ ਲਾਹੌਰ ਜਾਣਾ, 10,000 ਦੀ ਹੁੰਡੀ ਬਣਾ ਦੋਗੇ? ਤੇ ਇਹਦੇ ਮੂੰਹ ਸੁਭੈ ਕੇ ਨਿਕਲਿਆ, ਕਹਿੰਦਾ 10,000 ਦੀ ਭਾਵੇਂ ਲੱਖ ਦੀ ਬਣਾ ਲੈ, ਕਿਉਂਕਿ ਸ਼ਾਹੂਕਾਰਾ ਕੀਤਾ ਸੀ, ਮੂੰਹ 'ਚ ਸੁੱਤ ਕੀਤਾ, ਨਿਕਲ ਗਿਆ। ਉਹ ਜਦੋਂ ਪਠਾਨ ਨੇ 10,000 ਰੁਪਈਆ ਅੱਗੇ ਰੱਖ ਦਿੱਤਾ, ਥੈਲੀ ਭਰੀ ਹੋਈ, ਕਹਿੰਦਾ ਜੀ ਬਣਾ ਦਿਓ, ਤੇ ਮਨ 'ਚ ਸੋਚਣ ਲੱਗਾ ਮੇਰੇ ਤੇ ਪੱਲੇ ਕੱਖ ਨਹੀਂ, ਲਾਹੌਰ 'ਚ ਮੈਂ ਕੰਗਾਲ ਹੋ ਕੇ ਬੈਠਾ ਹਾਂ, ਹੁਣ ਕਰਾਂ ਕੀ? ਫਿਰ ਸ਼ਾਹੂਕਾਰ ਵਾਲਾ ਦਿਮਾਗ ਧੜਾਇਆ, ਕਹਿੰਦਾ ਮੌਕਾ ਮਿਲ ਗਿਆ, ਇਹਨੂੰ 15-20 ਦਿਨ ਜਾਂਦਿਆਂ ਲੱਗਣੇ ਆ ਲਾਹੌਰ ਤੱਕ। ਪੈਦਲ ਜੀ ਜਾਣਾ ਸੀ ਜਾਂ ਘੋੜੇ ਤੇ ਵੀ ਜਾਵੇਗਾ, 10 ਦਿਨ ਤੇ ਲੱਗੇਗਾ ਨਾ। 10-15-20 ਦਿਨ ਉਹਨੂੰ ਆਉਂਦਿਆਂ ਲੱਗਣਗੇ, ਮਹੀਨਾ 1.5 ਮਹੀਨਾ ਵੀ ਮੈਨੂੰ ਮੌਕਾ ਮਿਲ ਗਿਆ ਨਾ। ਜਦੋਂ ਉੱਥੇ ਜਾਊਗਾ ਸ਼ਾਹੂਕਾਰ 'ਚ ਕੋਈ ਮਿਲਣਾ ਨਹੀਂ, ਹੁੰਡੀ ਦੀ ਪੁੱਟਣੀ ਹੈ, ਫਿਰ ਮੇਰੇ ਕੋਲ ਆਉਣਾ ਹੈ, ਤੇ 1 ਮਹੀਨੇ 'ਚ 10,000 ਨਾਲ ਮੈਂ ਕਾਰੋਬਾਰ ਆਪਣਾ ਸ਼ੁਰੂ ਕਰ ਲੈਣਾ। ਮੈਂ ਕਹਿਣਾ ਸ਼ਾਹ ਕਿਤੇ ਚੱਲ ਗਿਆ ਤਾਂ ਆਪਣੇ ਪੈਸੇ ਚੁੱਕ, ਉਹਨਾਂ 'ਚ ਉਨੀ ਕੁ ਬੱਚਤ ਮੈਂ ਕਰ ਲੈਣੀ। ਹੁਣ ਹੁੰਡੀ ਲਿਖਣ ਵਾਸਤੇ ਕਾਗਜ਼ ਚਾਹੀਦਾ ਸੀ, ਕਲਮ ਚਾਹੀਦੀ ਸੀ, ਦਵਾਤ ਚਾਹੀਦੀ ਸੀ। ਹੁਣ ਗੁਰੂ ਅਮਰਦਾਸ ਮਹਾਰਾਜ ਵਾਲੀ ਉਹ ਹੁੰਡੀ, ਉਹ ਬਈ ਕਲਮ ਦਵਾਤ ਥੈਲੇ 'ਚ ਪਈ ਹੋਈ ਦਿਸੀ। ਹੁਣ ਜੋ ਲਿਖਣ ਲੱਗਾ ਤੇ ਸ਼ਾਹੂਕਾਰ ਦਾ ਨਾਂ ਕੀ ਲਿਖਣਾ ਤੇ ਫਰਜ਼ੀ ਸੀ ਨਾ, ਠੱਗੀ ਜੋ ਸੀ। ਕਹਿੰਦਾ ਕਦਾ ਲਿਖਾਂ? ਸੋਚ ਕੇ ਕਹਿੰਦਾ ਜਿਹਨੇ ਮੇਰੇ ਨਾਲ ਮਖੌਲ ਕੀਤਾ ਉਹਦਾ ਲਿਖਣਾ। ਉਹਨੇ ਹੁੰਡੀ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਸ਼ਾਹੂਕਾਰ ਲਿਖ ਦਿੱਤਾ, ਨਾਲ 10,000 ਰੁਪਈਆ ਲਿਖ ਦਿੱਤਾ ਕਿ ਜਾ ਕੇ ਲਾਹੌਰ ਸ਼ਹਿਰ 'ਚ ਅਮਰਦਾਸ ਨਾਂ ਦਾ ਇੱਕ ਸ਼ਾਹੂਕਾਰ ਹੈ, ਉਹਦੇ ਕੋਲ 10,000 ਰੁਪਈਆ ਲੈ ਲਈ। ਹੁਣ ਪਠਾਨ ਨੂੰ ਥੋੜਾ ਚੇਚੇ ਸਾਹਿਬ ਮੈਨੇ ਠੱਗੀ ਮਾਰ ਰਿਹਾ, ਉਹਨੇ ਪਰਚੀ ਪਾਈ ਜੇਬ ਵਿੱਚ ਤੇ ਤੁਰ ਪਿਆ। ਇੱਧਰ ਇਹਨੇ ਉੱਧਰ ਹੀ ਦਿਮਾਗ ਲੜਾ ਕੇ ਕਾਰੋਬਾਰ ਸ਼ੁਰੂ ਕਰ ਲਿਆ। ਕਹਿੰਦਾ ਸਮਾਂ ਬੜਾ ਕੀਮਤੀ, ਇਹਨੇ ਵਾਪਸ ਤੇ ਆਉਣਾ ਹੀ ਹੈ ਪੈਸੇ ਲੈਣ ਵਾਸਤੇ। ਦਿਲਾਂ ਦੀਆਂ ਜਾਣਨਹਾਰ ਸੱਚੀ ਸਰਕਾਰ ਗੁਰੂ ਅਮਰਦਾਸ ਮਹਾਰਾਜ, ਅਮਰਦਾਸ ਸਤਿਗੁਰ ਨੇ ਸੋਚਿਆ ਜਾਂ ਮੇਰੇ ਸਿੱਖ ਦੀ ਕਿਤੇ ਨਾ ਹੋ ਹਾਰ ਜਾਵੇ, ਕਰਜ਼ਾ ਦੇਵਣਾ ਉਸ ਪਠਾਨ ਵਾਲਾ ਝੂਠਾ ਹੋ ਨਾ ਕਿਤੇ ਇਕਰਾਰ ਜਾਵੇ। ਆਣ ਪਹੁੰਚੇ ਪਹਿਲਾਂ ਲਾਹੌਰ ਅੰਦਰ ਇਹ ਰਾਹ 'ਚ ਤੁਰਿਆ ਪਠਾਨ ਆ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਆਪਾਂ ਕਿਸੇ ਦਾ ਕਰਜ਼ਾ ਦੇਣਾ, ਸਾਨੂੰ ਲਾਹੌਰ ਜਾਣਾ ਪੈਣਾ। ਸੰਗਤਾਂ ਨੇ ਆਖਿਆ 7 ਵਜਣ ਜੀ, ਸਵਾਲ ਥੋੜਾ ਕੋ ਕਰਨਾ ਸੀ ਹੁਣ ਵਾਂਗ। ਹੁਣ ਤੇ ਆਪਾਂ ਸਵਾਲ ਬੜੇ ਕਰਦੇ ਗੁਰੂ ਦੇ, ਉਦੋਂ ਨਹੀਂ ਸੀ ਸੰਗਤਾਂ ਕਰਦੀਆਂ। ਹੁਣ ਆਪਾਂ ਕੱਪੜੇ ਲਾਉਂਦੇ ਆ ਗੁਰੂ ਦੇ, ਆਹ ਵੀ ਕੰਮ ਨਹੀਂ ਗੁਰੂ ਨੇ ਕੀਤਾ, ਆਹ ਵੀ ਪਾਣੀ ਗੁਰੂ ਦੀ ਨਹੀਂ, ਆਹ ਵੀ ਕੰਮ ਗੁਰੂ ਦਾ ਨਹੀਂ, ਆਹ ਵੀ ਕੰਮ ਗੁਰੂ ਦਾ ਨਹੀਂ। ਹੁਣ ਕਰਦੇ, ਸਿਆਣੇ ਬਹੁਤ ਹੋ ਗਏ। ਗੁਰੂ ਅਮਰਦਾਸ ਮਹਾਰਾਜ ਲਾਹੌਰ ਆਏ, ਸ਼ਾਹੂਕਾਰਾਂ ਵਾਲੇ ਕੱਪੜੇ ਪਾਏ, ਕਿਉਂਕਿ ਬਿਜ਼ਨਸ ਤੇ ਪਹਿਲਾਂ ਵੀ ਕਰਦੇ ਸਨ। ਉਦਾਂ ਦੀ ਪੱਗ ਬੰਨ੍ਹ, ਇੱਕ ਦੁਕਾਨ ਲੈ ਲਈ, ਉਹਦੇ ਤੇ ਬੈਠ ਗਏ। ਬਾਹਰ ਲਿਖਦਾ ਅਮਰਦਾਸ ਸ਼ਾਹੂਕਾਰ। ਪਠਾਨ ਪੁੱਛਦਾ ਪਛਾਉਂਦਾ ਜਦੋਂ ਆਇਆ, ਕਹਿੰਦਾ ਇੱਥੇ ਅਮਰਦਾਸ ਨਾਂ ਦਾ ਕੋਈ ਸ਼ਾਹੂਕਾਰ ਹੈਗਾ? ਕਹਿੰਦੇ ਜੀ ਹੈਗਾ, ਉੱਥੇ ਬੈਠਾ ਹੈ। ਕੋਲ ਗਿਆ, ਕਹਿੰਦਾ ਜੀ ਆ ਹੁੰਡੀ ਹੈ 10,000 ਦੀ। ਪਾਤਸ਼ਾਹ ਕਹਿੰਦੇ ਹਾਂ, ਸਾਡਾ ਉਹਦੇ ਨਾਲ ਕਾਰੋਬਾਰ ਸਾਂਝਾ ਹੈ। ਪਾਤਸ਼ਾਹ ਨੇ 10,000 ਰੁਪਈਆ ਉਹਨਾਂ ਸਮੇਂ 'ਚ ਉਹ ਪਠਾਨ ਦੇ ਹਵਾਲੇ ਕਰ ਦਿੱਤਾ। ਉਹ ਪਰਚੀ ਜੇਬ ਵਿੱਚ ਪਾ ਲਈ। ਜਿਹੜਾ ਸੌਦਾ ਕਰਨਾ ਸੀ, ਮੁੱਕਦੀ ਗੱਲ, ਮੈਂ ਛੇਤੀ ਜਾਵਾਂ। ਆਪ ਸੱਚੀ ਸਰਕਾਰ ਫਿਰ ਗੋਇੰਦਵਾਲ ਸਾਹਿਬ ਆ। ਬਿਜ਼ਨਸ ਤੇ ਇਹਨਾਂ ਕੀ ਕਰਨਾ ਸੀ ਨਾ। ਜਦੋਂ ਆ ਗਏ ਇਧਰ ਗੰਗੇ ਸ਼ਾਹ ਡੀਕੇ ਵੀ ਪਠਾਨ ਨੂੰ ਆ ਜਾਣਾ ਚਾਹੀਦਾ ਸੀ। ਵਾਰੀ ਤੇ ਮੈਂ ਠੱਗੀ ਆਇਆ, ਕੋਈ ਨੂੰ ਆਇਆ ਨਾ। ਕਹਿੰਦਾ ਕਿ ਰਾਜ ਮਰ ਖੱਪ ਗਿਆ ਹੋਣਾ, ਕਿਨੇ ਮਾਰਤਾ ਹੋਣਾ ਹੈ, ਕਿਸੇ ਨੇ ਲੁੱਟਣ ਦੇ ਬਹਾਨੇ ਤੇ ਕਤਲ ਕਰ ਦਿੱਤਾ ਹੋਣਾ ਹੈ। 10,000 ਰੁਪਇਆ ਰਕਮ ਬੜੀ ਵੱਡੀ ਸੀ। ਦਿਨਾਂ 'ਚ ਮਹਿਲ ਮਾਰੀਆਂ, ਕਹਿੰਦਾ ਸੀ ਜੀ ਮਹਿਲ ਮਾਰੀਆਂ ਚਾਹੀਦੀਆਂ। ਰੱਥ ਬੱਗੀਆਂ ਦਿੱਲੀ 'ਚ ਗੰਗੇ ਸ਼ਾਹ ਹੋ ਲੱਗਾ। ਗੁਰੂ ਦੀਆਂ ਸੰਗਤਾਂ ਦਿੱਲੀ ਤੋਂ ਵੀ ਆਈਆਂ ਇੱਕ ਵਾਰ ਗੋਇੰਦਵਾਲ ਸਾਹਿਬ। ਉਹਨਾਂ 'ਚ ਇੱਕ ਗਰੀਬ ਬ੍ਰਾਹਮਣ ਸੀ, ਹਜ਼ੂਰ ਦੇ ਕੋਲ ਆਣ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣਾ ਥਾਣਿਆਂ ਦੇ ਥਾਂ ਹੋ, ਮੇਰੀ ਧੀ ਦਾ ਵਿਆਹ ਹੈ, ਜੇ ਥੋੜੀ ਬਹੁਤੀ ਤੁਸੀਂ ਮਦਦ ਕਰ ਦਿਓ ਤੇ ਮੈਂ ਆਪਣੀ ਧੀ ਨੂੰ ਬੂਹੇ ਉਠਾਲ ਸਕਾਂਗਾ। ਪਾਤਸ਼ਾਹ ਨੇ ਆਖਿਆ ਭਾਈ ਤੈਨੂੰ ਮਾਇਆ ਦਿੱਤੀ ਤੇ ਰਸਤੇ 'ਚ ਖੋਈ ਜਾਵੇਗੀ।
ਜੇ ਰਸਤਾਂ ਬਸਤਾਂ ਦਿੱਤੀਆਂ ਤੇ ਕਿਰਾਇਆ ਹੀ ਜ਼ਿਆਦਾ ਬਣ ਜਾਣਾ ਹੈ। ਤੇ ਸਾਡਾ ਇੱਕ ਸ਼ਾਹੂਕਾਰ ਦੇ ਨਾਲ ਭਿਆਲੀ ਹੈ, ਦਿੱਲੀ ਵਿੱਚ ਬਿਜ਼ਨਸ ਸਾਂਝਾ ਹੈ। ਅਸੀਂ ਤੈਨੂੰ ਉਹਦੇ ਨਾਂ ਦੀ ਹੁੰਡੀ ਬਣਾ, ਜਿੰਨੇ ਪੈਸੇ ਚਾਹੀਦੇ, ਰਕਮ ਨਹੀਂ ਲਿਖਣੀ, ਜਿੰਨੀ ਲੋੜ ਆ ਉਹਦੇ ਕੋਲ ਲੈ ਲਈ ਤੇ ਸਾਡੀ ਹੁੰਡੀ ਵਿਖਾਲ ਦੇਣੀ। ਸੱਚੀ ਸਰਕਾਰ ਨੇ ਉਸੇ ਹੀ ਗੰਗੇ ਸ਼ਾਹ ਦੀ ਹੁੰਡੀ ਦੇ ਪਿਛਲੇ ਪਾਸੇ ਆਪਣੇ ਵੱਲੋਂ ਇਹ ਲਿਖ ਦਿੱਤਾ ਕਿ ਜਿੰਨੀ ਮਾਇਆ ਸਾਨੂੰ ਚਾਹੀਦੀ ਉਨੀ ਦੇ ਦਿਓ ਧੀ ਦੇ ਵਿਆਹ ਵਾਸਤੇ, ਤਾਂ ਬਿਜ਼ਨਸ 'ਚ ਸਾਂਝਾ ਹੋਇਆ। ਹੁਣ ਜਦੋਂ ਪੰਡਤ ਦਿੱਲੀ ਆਇਆ ਤੇ ਕੀ ਵੇਖਦਾ, ਹੁਣ ਮਿਲਦਾ ਮੌਕਾ ਨਹੀਂ ਮਿਲਦਾ, ਉੱਥੇ ਆਉਂਦਾ ਹੈ ਨਾਲ ਅੱਗੇ ਪਿੱਛੇ ਨੌਕਰ ਚਾਕਰ, ਉਹ ਵੇਂਦਾ ਹੀ ਨਹੀਂ ਕਿਸੇ ਵੱਲ। ਪੰਡਤ ਨੇ ਕਿਤੇ ਰਾਹ ਰੋਕਿਆ, ਕਹਿੰਦਾ ਸ਼ਾਹ ਮੈਂ ਭਿਖਾਰੀ ਨਹੀਂ, ਤੇਰੇ ਕੋਲ ਭਿੱਖਿਆ ਮੰਗਣ ਵਾਸਤੇ ਨਹੀਂ ਆਇਆ, ਮੇਰੀ ਹੁੰਡੀ ਹੈ, ਮੇਰੀ ਹੁੰਡੀ ਤੋੜ ਕੇ ਤੇ ਮੇਰੀ ਧੀ ਦਾ ਵਿਆਹ। ਉਹਨੇ ਆਖਿਆ ਕਿਹਨੇ ਬਣਾ ਕੇ ਦਿੱਤੀ ਹੁੰਡੀ ਤੈਨੂੰ ਇਹ? ਕਹਿੰਦਾ ਗੁਰੂ ਅਮਰਦਾਸ ਮਹਾਰਾਜ ਨੇ। ਜਦ ਸੁਣਿਆ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਸੜ ਬਲ ਕੇ ਸੁਆਹ ਹੋ ਗਿਆ। ਕਹਿੰਦਾ ਉਹ ਠੱਗ ਨੇ, ਉਹਨੇ ਤਾਂ ਮੈਨੂੰ ਠੱਗੀ ਕੀਤੀ। ਹੁਣ ਕਾਰੋਬਾਰ ਚੱਲ ਗਿਆ ਤੇ ਖਬਰ ਮਿਲ ਗਈ ਹੋਣੀ ਹੈ ਕਿ ਗੰਗੇ ਸ਼ਾਹ ਬੜਾ ਵੱਡਾ ਸ਼ਾਹੂਕਾਰ ਬਣ ਗਏ ਹੈ, ਤੇ ਜਾ ਕੇ ਉਹਦੇ ਕੋਲ ਮਾਇਆ ਲੈਣੀ ਹੈ, ਲੁੱਟਣੀ ਹੈ ਉਹਦੇ ਕੋਲ। ਦਿਮਾਗ ਟਿਕਾਣੇ ਨਾ ਰਿਹਾ। ਉਹਨੇ ਆਖਿਆ ਨਹੀਂ ਮੈਂ ਹੁੰਡੀ ਲੈ ਕੇ, ਜਦੋਂ ਹੁੰਡੀ ਫੜੀ ਉਹਨੇ ਵੇਖਿਆ ਨਹੀਂ ਪਿਛਲੇ ਬੰਨੇ ਮੇਰਾ ਵੀ ਲਿਖਿਆ ਹੋਇਆ ਹੁੰਡੀ ਦੇ ਤੇ ਨਾਮ, ਉਹਨੇ ਪਾੜ ਦਿੱਤੀ ਹੁੰਡੀ। ਮਾੜੇ ਕਰਮ, ਹੁੰਡੀ ਪਾੜ ਦਿੱਤੀ। ਪੰਡਤ ਵਿਚਾਰਾ ਫਿਰ ਗੋਇੰਦਵਾਲ ਸਾਹਿਬ ਆਇਆ ਤੇ ਆਣ ਕੇ ਕਹਿਣ ਲੱਗਾ ਮਹਾਰਾਜ ਇਹੋ ਜਿਹੇ ਬੰਦੇ ਨਾਲ ਤੁਹਾਡਾ ਕਾਰੋਬਾਰ। ਮੈਂ ਗਿਆ ਨਾ, ਤੁਹਾਡਾ ਨਾਂ ਸੁਣਦਿਆਂ ਕੱਪੜਿਆਂ ਤੋਂ ਬਾਹਰ ਹੋ ਕੇ ਕਬੋਲ ਬੜੇ ਬੋਲੇ ਤੁਹਾਡੀ ਸ਼ਾਨ ਦੇ ਬਰਖਲਾਫ। ਪਾਤਸ਼ਾਹ ਨੇ ਆਖਿਆ ਕੋਈ ਗੱਲ ਨਹੀਂ, ਅਸੀਂ ਸਿੱਖਾਂ ਨੂੰ ਭੇਜਦੇ ਹਾਂ, ਰਸਤਾ ਬਸਤਾ ਭੇਜਦੇ ਹਾਂ, ਹੁਣ ਤੇਰੀ ਧੀ ਦਾ ਵਿਆਹ ਕਰਕੇ ਹੀ ਆਉਣਗੇ। ਕਹਿਣ ਲੱਗਾ ਮਹਾਰਾਜ ਇਸ ਗੱਲ 'ਚ ਸ਼ੱਕ ਨਹੀਂ ਕਿ ਮੇਰੀ ਧੀ ਦਾ ਵਿਆਹ ਨਹੀਂ ਹੋ ਗਿਆ, ਜੇ ਤੁਹਾਡੀ ਨਰੇ ਨਿਆਇਤ ਹੋ ਗਈ ਫਿਰ ਤੇ ਹੋਣਾ ਹੀ ਹੋਣਾ ਹੈ। ਪਰ ਮੇਰੀ ਇੱਕ ਬੇਨਤੀ ਹੈ ਸੱਚੇ ਪਾਤਸ਼ਾਹ, ਛੋਟਾ ਮੂੰਹ ਵੱਡੀ ਗੱਲ ਮੈਂ ਬੇਨਤੀ ਕਰਾਂ। ਸੱਚੇ ਪਾਤਸ਼ਾਹ ਨੇ ਆਖਿਆ ਪੰਡਤ ਜੀ ਕਰੋ। ਕਹਿੰਦੇ ਇਹੋ ਜਿਹੇ ਬੰਦਿਆਂ ਨਾਲ ਭਿਆਲੀ ਨਾ ਰੱਖਿਆ ਕਰੋ, ਇਹੋ ਜਿਹੇ ਬੰਦੇ ਨਾਲ ਬਿਜ਼ਨਸ ਸਾਂਝਾ ਨਾ ਕਰਿਆ ਕਰੋ, ਇਹੋ ਜਿਹੇ ਬੰਦੇ ਨਾਲ ਕਾਰੋਬਾਰ ਤੁਹਾਡੇ ਵਰਗੇ ਨੂੰ ਸ਼ੋਭਾ ਨਹੀਂ ਦਿੰਦਾ ਹੈ। ਸੱਚੇ ਪਾਤਸ਼ਾਹ ਤੁਸੀਂ ਆਪਣਾ ਬਿਜ਼ਨਸ 'ਚ ਹਿੱਸਾ ਹੀ ਕੱਢੋ। ਫਿਰ ਸੱਚੇ ਪਾਤਸ਼ਾਹ ਨੇ ਆਖਿਆ ਵਜਦ ਜਾਣ ਕੇ ਜੋ ਕੁਝ ਆਖਿਆ, ਮੈਂ ਢਾਲੀ ਸਿੰਘ ਨੂੰ ਬੇਨਤੀ ਕਰਦਾ ਤੁਹਾਡੀ ਨਜ਼ਰ।
ਬੈਠਾ ਗੰਗਾ ਘਾਟੇ ਬੈਠੇ ਵੇਖੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਰਹਿ ਗਈ ਵਈ ਇੱਕ ਸਤਿਗੁਰ ਵਾਲੀ ਰਹਿ ਗਈ ਵਈ ਇੱਕ ਸਤਿਗੁਰ ਵਾਲੀ ਰਹਿ ਗਈ ਕਲਮ ਦਵਾਤਾ ਹੋਰ ਦਾਤੇ ਨੇ ਖੋਲੀਆਂ ਸਭੇ ਜੋ ਸੀ ਅਸਲ ਜਦਾਤਾ ਹੋਰ ਦਾਤੇ ਨੇ ਖੋਲੀਆਂ ਸਭੇ ਜੋ ਅਮੋਲਕ ਦਾਤਾ ਕਿਸਮਤ ਵਾਲੀ ਲੀਕ ਤਲੀ ਜੋ ਕਿਸਮਤ ਵਾਲੀ ਲੀਕ ਤਲੀ ਜੋ ਮਸਲ ਮਸਲ ਕੇ ਵੇਖੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਅੱਧ ਕੰਗਾਲ ਹੋਇਆ ਦਿੱਲੀ ਵਿੱਚ ਮੰਗਿਆ ਖੈਰ ਨਾ ਪੈਂਦਾ ਰੱਬ ਤੋਂ ਟੁੱਟਿਆ ਹੋਇਆ ਬੰਦਾ ਇਹ ਤਾਂ ਝੋਟਾ ਸਹਿੰਦਾ ਗੁਰਾਂ ਤੋਂ ਟੁੱਟਿਆ ਹੋਇਆ ਬੰਦਾ ਇਹ ਤਾਂ ਝੋਟਾ ਸਹਿੰਦਾ ਪਾਗਲ ਹੋਇਆ ਫਿਰੇ ਦਿੱਲੀ ਵਿੱਚ ਪਾਗਲ ਹੋਇਆ ਫਿਰੇ ਦਿੱਲੀ ਵਿੱਚ ਗਰਮੀ ਵਿੱਚ ਅੱਗ ਸੇਕੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਵਾਹ ਮੇਰੇ ਸਤਿਗੁਰ ਅਮਰਦਾਸ ਜੀ ਵਾਹ ਮੇਰੇ ਸਤਿਗੁਰ ਅਮਰਦਾਸ ਜੀ ਅਜਬ ਤੁਹਾਡੀ ਲੀਲਾ ਜਿਸ ਬੰਦੇ ਦਾ ਨਹੀਂ ਕੋਈ ਬਣਦਾ ਉਸ ਦਾ ਬਣੋ ਵਸੀਲਾ ਜਿਸ ਬੰਦੇ ਦਾ ਨਹੀਂ ਕੋਈ ਬਣਦਾ ਉਸ ਦਾ ਬਣੋ ਵਸੀਲਾ ਓ ਸੋਲ ਕਹੇ ਗੁਰ ਚਰਨੀ ਲੱਗ ਜਾ ਸੋਲ ਕਹੇ ਗੁਰ ਚਰਨੀ ਲੱਗ ਜਾ ਛੱਡ ਕੇ ਪਰਮ ਭਲੇਖੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਸਾਡੇ ਅਤੇ ਗੰਗੇ ਛਾਦੇ ਮੁੱਕ ਗਏ ਅੱਜ ਤੋਂ ਲੈ ਕੇ ਮੁੱਕ ਗਏ ਅੱਜ ਤੋਂ ਲੈ ਕੇ ਮੁੱਕ ਗਏ ਅੱਜ ਤੋਂ ਲੈ ਕੇ ਇਧਰ ਪਾਤਸ਼ਾਹ ਦਾ ਬਚਨ ਹੋਣਾ ਸੀ ਜਾਂ ਗੰਗੇ ਸ਼ਾਹ ਦੀ ਗਿਣਤੀ ਫਿਰ ਪੁੱਠੀ ਸ਼ੁਰੂ ਹੋ ਗਈ। ਪਹਿਲਾਂ ਤੇ ਕੰਗਾਲ ਹੀ ਹੋਇਆ ਸੀ, ਹੁਣ ਪਾਗਲ ਹੀ ਹੋ ਗਏ। ਪਾਗਲ ਹੋਇਆ ਫਿਰੇ ਦਿੱਲੀ ਵਿੱਚ ਗਰਮੀ ਵਿੱਚ ਅੱਗ ਸੇਕੇ ਸਾਡੇ ਇੱਥੇ ਗੰਗੇ ਸ਼ਾਹ ਦੇ ਮੁੱਕ ਗਏ ਅੱਜ ਤੋਂ ਲੈ ਕੇ ਬੇਮੁਖ ਹੈਰਾਨ ਤੇ ਲੱਗਣ ਜਨਮ ਵਿਯੋਗ। ਫਿਰ ਹੋਇਆ ਕੀ ਮੈਂ ਮੁਕਾ ਦੇਵਾਂ ਹੁਣ 1 ਮਿੰਟ ਵਿੱਚ ਹੀ। ਸਮਾਂ ਆਪਣੀ ਰਫ਼ਤਾਰ ਚੱਲਿਆ, ਫਿਰ ਸੰਗਤਾਂ ਆਈਆਂ, ਫਿਰ ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆ ਗਿਆ, ਪਾਗਲ ਹੋਇਆ। ਜਦੋਂ ਆਇਆ ਫਿਰ ਕਵਾੜ ਖੁੱਲੇ, ਫਿਰ ਸੇਵਾ ਕੀਤੀ, ਉੱਦਾਂ ਹੀ ਪੱਤਲਾਂ ਦੀ, ਉੱਦਾਂ ਹੀ ਭਾਂਡਿਆਂ ਦੀ, ਉੱਦਾਂ ਹੀ ਝਾੜੂ ਦੀ। ਪਾਤਸ਼ਾਹ ਨੇ ਫਿਰ ਇੱਕ ਦਿਨ ਆਣ ਕੇ ਸਿਰ ਤੇ ਰੱਖਦਾ, ਸ਼ਾਹ ਜੀ ਤੁਸੀਂ ਫੇਰ ਇੱਥੇ। ਫਿਰ ਢਹਿ ਕੇ ਚਰਨਾਂ ਤੇ ਜਾ ਪਿਆ, ਕਹਿਣ ਲੱਗੇ ਦੱਸੋ ਹੁਣ ਕੀ ਚਾਹੀਦਾ ਜੀ? ਕਹਿੰਦਾ ਮਹਾਰਾਜ ਹੁਣ ਧਨ ਦੌਲਤ ਨਹੀਂ ਜੀ ਚਾਹੀਦੀ, ਹੁਣ ਦੁਨਿਆਵੀ ਪਦਾਰਥ ਨਹੀਂ ਜੀ ਚਾਹੀਦੇ। ਫਿਰ ਕੀ ਚਾਹੀਦਾ? ਮੰਗਣਾ ਮੰਗ ਨਿਕਾ ਹਰ ਦਸ ਗੁਰ ਤੇ ਮੰਗਣਾ। ਸੱਚੇ ਪਾਤਸ਼ਾਹ ਦੇ ਦਿਓ ਨਾਮ ਦੀ ਦਾਤ ਦੇ ਦਿਓ, ਇਹ ਦੁਨਿਆਵੀ ਵਸਤਾਂ ਮੈਨੂੰ ਨਹੀਂ ਜੇ ਹੁਣ ਚਾਹੀਦੀ। ਲੈ ਮੇਰਾ ਮਜਬੂਨ ਸੀ, ਲੈ ਮੇਰੇ ਮਜਬੂਨ ਨੂੰ ਥੋੜੇ ਸਮੇਂ 'ਚ, ਕਿਉਂਕਿ 2 ਘੰਟੇ ਦਾ ਮਜਬੂਨ ਹੈ ਪੂਰਾ। ਗੁਰੂ ਨੇ ਕਿਰਪਾ ਕੀਤੀ, ਦਾਸ ਨੇ ਸਾਰਾ ਮਜਬੂਨ ਆਪ ਲਿਖਣ ਦਾ ਯਤਨ ਕੀਤਾ। ਢਾਡੀ ਸਿੰਘ ਨੇ ਉਹਦੇ 2 ਰਚਨਾਵਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੋਈਆਂ। ਬੇਅੰਤ ਪੁਰਨਾ ਸਾਡੀਆਂ ਜਾਣ ਕੇ ਸਾਡੀ ਝੋਲੀ 'ਚ ਪਾ ਦੇਣੀਆਂ, ਅੱਗੇ ਵਾਸਤੇ ਸਮਤ ਬਖਸ਼ ਕਰਨੀ। ਹੁਣ ਢਾਡੀ ਸਿੰਘ 6 ਪੌੜੀਆਂ ਨਾਲ ਸਦਾ ਜਾਪ ਸਰਵਣ ਕਰਾਉਣਗੇ, ਉਸ ਤੋਂ ਬਾਅਦ ਅਰਦਾਸ ਬੇਨਤੀ ਹੋਣੀ ਹੈ। ਕੀਰਤਨ ਦੀ ਸਮਾਪਤੀ ਦਾਸ ਨਾਲ ਫਤਿਹ ਸਾਂਝੀ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।